ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਅਗਾਂਹ ਵਧਦੇ ਹਾਂ। ਮਿੰਟੂ ਗੁਰਸੇਵ ਜੀ ਅਗਲੇ ਕੁਝ ਪਲ ਹਾਜ਼ਰ ਨੇ, ਉਹਨਾਂ ਨਾਲ ਗੱਲਬਾਤ ਹੋਵੇਗੀ। ਵੌਇਸ ਆਫ ਸਿਟੀ 1320 AM ਸੁਣਨ ਵਾਸਤੇ, ਦੇਖਣ ਵਾਸਤੇ ਧੰਨਵਾਦ। ਮਿੰਟੂ ਜੀ ਵੈਲਕਮ, ਸਵਾਗਤ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਦਲ ਬਦਲਣ ਦੀ ਜਿਹੜੀ ਰੁੱਤ ਹੈ, ਅੱਜ ਤਾਂ ਚਲੋ ਥੋੜ੍ਹੀ ਜਿਹੀ ਮੱਧਮ ਹੈ, ਵੱਡੇ ਵੱਡੇ ਨਾਂ ਜਿਹੜੇ ਨੇ ਸਾਹਮਣੇ ਆ ਰਹੇ ਹਨ ਔਰ ਇਤਿਹਾਸ ਇੱਕ ਜਿਹੜਾ ਹੈ ਸਿਰਜ ਰਹੇ ਨੇ ਦਲ ਬਦਲਣ ਵਾਲੇ। ਹਾਂਜੀ, ਕੱਲ੍ਹ ਭਾਜਪਾ ਦਾ ਨਾਂ ਲੈ ਕੇ ਖੁਸ਼ ਨਹੀਂ ਸੀਗੀ, ਜਿਉਂ ਹੀ ਬਿੱਲ ਵਾਪਸ ਹੋਏ ਨੇ ਧੜਾ ਧੜ ਵੱਡੇ ਵੱਡੇ ਕੱਦ ਵਾਲੇ ਜਿਹੜੇ ਨੇਤਾ ਨੇ ਭਾਜਪਾ ਦਾ, ਪਤਾ ਨਹੀਂ ਪਹਿਲਾਂ ਅੰਦਰ ਖਾਤੇ ਫੜਿਆ ਸੀ, ਹੁਣ ਸਾਹਮਣੇ ਆ ਰਿਹਾ ਇੱਕ ਬਿਆਨ ਹੈ ਕੈਪਟਨ ਸਾਹਿਬ ਦਾ। ਉਸਨੇ, ਮੈਂ ਤਾਂ ਤੁਹਾਡਾ ਨਜ਼ਰੀਆ ਲੈਣਾ ਚਾਹੂੰਗਾ ਕਿ ਰਾਣਾ ਸੋਢੀ ਹੋਏ ਨੇ ਭਾਜਪਾ ਦੀ ਸ਼ਾਮਲ, ਤੇ ਕੈਪਟਨ ਸਾਹਿਬ ਕਹਿੰਦੇ ਕੋਈ ਨਹੀਂ, ਇੱਕੋ ਹੀ ਗੱਲ ਆ, ਉੱਧਰ ਹੋ ਗਏ ਇੱਧਰ ਹੋ ਗਏ। ਮਤਲਬ ਇਸ ਗੱਲ ਦੇ ਮਾਇਨੇ ਬੜੇ ਵੱਡੇ ਨੇ, ਕੀ ਕਹਿਣਾ ਚਾਹੋਗੇ? ਨਹੀਂ, ਦੇਖੋ ਗੱਲ ਉਹਨਾਂ ਦੀ ਮੇਰੇ ਖਿਆਲ ਦੇ ਨਾਲ ਕੋਈ ਗੈਰ ਪ੍ਰਸੰਗਕ ਵੀ ਨਹੀਂ ਹੈ। ਇਸ ਸਾਰੇ ਪ੍ਰਸੰਗ ਨੂੰ ਜੇ ਤੁਸੀਂ ਦੇਖੋਗੇ ਤਾਂ ਉਹਦੀ ਪ੍ਰਸੰਗਤਾ ਇਉਂ ਵਾਜਬ ਹੈ ਕਿਉਂਕਿ ਉਹ ਅਲਾਮੀਆ ਗੱਠਜੋੜ ਦੇ ਵਿੱਚ ਆ, ਉਹ ਦੋਨੇ ਮਿੱਤਰ ਆ। ਉੱਧਰ ਚਲੇ ਜਾਵੇ ਤਾਂ ਕੋਈ ਫਰਕ ਨਹੀਂ, ਉੱਧਰ ਚਲੇ ਜਾਵੇ। ਤੁਸੀਂ ਇੱਕ ਬਿਆਨ ਸ਼ਾਇਦ ਪੜ੍ਹਿਆ ਹੋਊਗਾ ਕਿਤੇ ਜਾਂ ਨਹੀਂ, ਮੈਂ ਦੱਸ ਦਿੰਦਾ ਕਿ ਬੀਬੀ ਪਰਨੀਤ ਕੌਰ ਪਰਸੋਂ ਇੱਕ RSS ਦੇ ਪ੍ਰੋਗਰਾਮ ਵਿੱਚ ਗਏ ਸਨ, ਜਿੱਥੇ ਉਹਨਾਂ ਨੇ ਕਿਹਾ ਕਿ ਮੈਨੂੰ ਤੇ ਕਦੇ ਕਦੇ ਇਉਂ ਲੱਗਦਾ ਜਿਵੇਂ ਮੈਂ ਪਿਛਲੇ ਜਨਮ ਵਿੱਚ ਸ਼ਰਮਿਆਂ ਦੀ ਧੀ ਹੋਵਾਂ। ਸੋ ਜਦੋਂ ਤੁਹਾਡੇ ਖਿਆਲਾਤ ਇਸ ਤਰ੍ਹਾਂ ਦੇ ਹੁੰਦੇ ਨੇ, ਜਦੋਂ ਤੁਸੀਂ ਕਿਸੇ ਵਿਚਾਰਧਾਰਾ ਪ੍ਰਤੀ ਜਾਂ ਪਾਰਟੀ ਪ੍ਰਤੀ ਇੰਨੇ ਨਿਸ਼ਠਾਵਾਨ ਹੋ ਜਾਂਦੇ ਹੋ, ਤਾਂ ਫਿਰ ਉਹ ਤਾਂ ਚੀਜ਼ਾਂ ਸਾਫ਼ ਹੀ ਨੇ। ਬਾਕੀ ਰਾਣਾ ਸੋਢੀ ਦਾ ਦੇਖੋ ਭਾਜਪਾ 'ਚ ਜਾਣ ਦਾ ਕੋਈ ਹੋਰ ਮੰਤਵ ਹੈ, ਉਹ ਕੁਛ ਹੋਰ ਚਾਹੁੰਦੇ ਆ, ਵੱਡਾ ਕਰਨਾ ਚਾਹੁੰਦੇ ਆ। ਆਉਣ ਵਾਲੇ ਦਿਨਾਂ 'ਚ ਸਾਫ਼ ਹੋਏਗਾ ਮੇਰੇ ਖਿਆਲ ਦੇ ਨਾਲ। ਉਹ ਆਪਣੇ ਜਿੱਥੋਂ ਹਲਕੇ ਤੋਂ ਜਿੱਤੇ ਆ 4 ਵਾਰੀ, ਉਹ ਐਤਕੀ ਇਲੈਕਸ਼ਨ ਨਹੀਂ ਲੜੂਗੇ, ਇਲੈਕਸ਼ਨ ਕਿਤੋਂ ਹੋਰ ਲੜੂਗੇ, ਵੱਡਾ ਕੁਛ ਕਰਨ ਦੀ ਫਿਰਾਕ ਦੇ ਵਿੱਚ। ਔਰ ਇਹ ਦੇਖੋ ਹਰੇਕ ਦਾ ਅਧਿਕਾਰ ਵੀ ਹੈ, ਹਰੇਕ ਪੋਲੀਟੀਸ਼ੀਅਨ ਦਾ ਵੀ ਅਧਿਕਾਰ ਆ। ਹੁਣ ਮੈਂ ਮੰਨ ਲਓ ਮੇਰੇ ਕੋਲ ਇੱਕ ਚੋਇਸ ਆ ਕਿ ਮੈਂ ਕਿਤੇ ਵੀ ਜੋਬ ਕਰਾਂ, ਕਿਤੇ ਵੀ ਜਾ ਕੇ ਮੈਂ ਕਿਸੇ ਨੂੰ ਵੋਟ ਕਰਾਂ, ਕਿਤੇ ਵੀ ਜਾ ਕੇ ਮੈਂ ਕਿਸੇ ਦੇ ਨਾਲ ਕੋਈ ਪਾਰਟੀ ਕਰਾਂ, ਮੇਰੇ ਅਧਿਕਾਰ ਨੇ। ਉਸੇ ਤਰ੍ਹਾਂ ਪੋਲੀਟੀਸ਼ੀਅਨ ਦੇ ਅਧਿਕਾਰ ਨੇ, ਤਾਂ ਉਹਨਾਂ ਨੂੰ ਵੀ ਵੱਡਾ ਸੋਚਣ ਦੀ ਕਿਤੇ ਨਾ ਕਿਤੇ ਪਹਿਲਾਂ ਖੋਲਿਆ, ਤਾਂ ਉਹਨਾਂ ਨੇ ਵੱਡਾ ਸੋਚਿਆ ਮੇਰੇ ਖਿਆਲ ਦੇ ਨਾਲ। ਉਸ ਵੱਡੀ ਸੋਚ ਦੇ ਪਿੱਛੇ ਇੱਕ ਵੱਡੀ ਕਹਿ ਲਓ ਕਿ ਬਾਜ਼ੀ ਹੈ, ਬਹੁਤ ਵੱਡੀ ਬਾਜ਼ੀ ਖੇਡੀ ਜਾ ਰਹੀ ਹੈ ਜੀ। ਚਲੋ, ਚੋਣ ਸੁਧਾਰ ਬਿੱਲ ਰਾਜ ਸਭਾ ਵਿੱਚ ਵੀ ਪਾਸ ਲਾਗੂ ਹੋਣੇ ਤੈਅ ਨੇ, ਕੀ ਕਹਿਣਾ ਚਾਹੋਗੇ? ਹਾਂਜੀ ਹਾਂਜੀ, ਦੇਖੋ ਗੱਲ ਇਹ ਆ ਕਿ ਇਸ ਮਸਲੇ ਤੇ ਮੈਂ ਨਾ ਵੈਸੇ ਕਦੇ ਕਦੇ ਹੁਣ ਭਾਰਤ ਦੇ ਨਾਗਰਿਕ ਦੇ ਤੌਰ ਤੇ ਚਲੋ ਆਪਾਂ ਗੱਲ ਕਰ ਲੈਂਦੇ ਹਾਂ, ਮੈਂ ਕਦੇ ਕਦੇ ਦੋ ਚੀਜ਼ਾਂ ਤੋਂ ਚਿੰਤਤ ਹੁੰਦਾ ਕਿ ਸਾਰੇ ਜੋ ਵਾਕਿਆ ਦਰਪੇਸ਼ ਨੇ ਜੋ ਸਾਡੇ ਇਸ ਵੇਲੇ ਸਮਾਜ ਦੇ ਵਿੱਚ ਵਾਪਰਦੇ ਨੇ, ਤੋਂ ਮੈਨੂੰ ਬਹੁਤ ਕਹਿ ਲਓ ਕਿ ਕਈ ਵਾਰ ਚਿੰਤਾਪੁਰ ਕਰਦੇ ਨੇ ਕਿ ਚਲੋ ਇਹ ਪਾਰਟੀਆਂ ਜਿਹੜੀਆਂ ਹੁੰਦੀਆਂ ਨਾ ਪਾਵਰ ਦੇ ਵਿੱਚ ਆਉਂਦੀਆਂ ਨੇ ਚਲੇ ਜਾਂਦੀਆਂ, ਵਿਚਾਰਧਾਰਾਵਾਂ ਦੇ ਰੰਗ ਇਤਲਾ ਤੋਂ ਲੈ ਕੇ ਨਹਿਰੂ ਕਾਲ ਤੋਂ ਹੁੰਦੇ ਜੇ ਆਪਾਂ ਦੇਖੀਏ ਤਾਂ ਨੈਲਸਨ ਮੰਡੇਲਾ ਦੇ ਵਿੱਚ ਵੀ ਗੁਜ਼ਰਦੇ ਵੱਖ ਵੱਖ ਲੀਡਰਾਂ ਤੱਕ ਪਹੁੰਚਦੇ ਆ, ਅੱਜ ਦੇ ਮੋਦੀ ਸਾਹਿਬ ਤੱਕ ਵੀ ਕਹਿ ਲਓ, ਡੋਨਾਲਡ ਟਰੰਪ ਤੱਕ ਕਹਿ ਲਓ। ਪਰ ਰੌਲਾ ਇਹ ਹੁੰਦਾ ਆ ਕਿ ਉਹਦਾ ਫਰਕ ਕਿੰਨਾ ਕੁ ਪੈ ਜਾਂਦਾ ਕਿਸੇ ਮੁਆਸ਼ਰੇ ਤੇ ਜਾਂ ਕਿਸੇ ਡੈਮੋਕ੍ਰੈਟਿਕ ਦੇਸ਼ 'ਚ। ਜਦੋਂ ਵੀ ਕੋਈ ਬੰਦਾ ਰੂਲ ਕਰਕੇ ਜਾਂਦਾ, ਉਹ ਚਲੋ ਵਿਚਾਰਧਾਰਾ ਦਾ ਰੰਗ 10 ਸਾਲਾਂ ਬਾਅਦ ਘੱਟ ਜਾਂਦਾ, ਦੂਸਰੀ ਦਾ ਚੜ ਜਾਂਦਾ। ਇਹ ਇਸੇ ਤਰ੍ਹਾਂ ਹੀ ਚੱਲਦੀ ਹੈ ਨਾ, ਸਿਆਸਤ ਵੀ ਇਸੇ ਤਰ੍ਹਾਂ ਚੱਲਦੀ ਹੈ, ਸਮਾਜਿਕ ਕਾਰਵਾਈ ਵੀ ਇਸੇ ਤਰ੍ਹਾਂ ਚੱਲਦੀ ਹੈ। ਪਰ ਦੋ ਚੀਜ਼ਾਂ ਥੋੜਾ ਜਿਹਾ ਕਿਤੇ ਨਾ ਕਿਤੇ ਕਹਿ ਲਓ ਕਿ ਇਸ ਮੁਲਕ 'ਚ ਰਹਿੰਦੇ ਆ ਹੁਣ ਚਿੰਤਾਪੁਰ ਕਰਦੀ ਹੈ। ਨੰਬਰ 1 ਕਿ ਮੁਸਲਮਾਨ ਵੋਟਰ ਜਿਹੜਾ ਕਿ ਇਸ ਦੇਸ਼ ਦਾ ਸਭ ਤੋਂ ਕਹਿ ਲਓ ਕਿ ਵੱਧ ਗਿਣਤੀ 'ਚ, ਬਹੁਤ ਗਿਣਤੀ 'ਚ, ਘੱਟ ਗਿਣਤੀ ਦੇ ਤੌਰ ਤੇ, ਮੈਂ ਕੀ ਕਹਿ ਰਿਹਾ ਤੁਸੀਂ ਸਮਝ ਗਏ ਹੋਣਗੇ। ਮੁਸਲਮਾਨ ਵੋਟਰ ਕਿਉਂਕਿ ਉਹਨਾਂ ਦੀ ਗਿਣਤੀ 20 ਕਰੋੜ ਦੇ ਆਸ-ਪਾਸ ਹੈ ਨਾ, ਤਾਂ ਘੱਟ ਗਿਣਤੀਆਂ 'ਚ ਸਭ ਤੋਂ ਵੱਡੀ ਬਹੁਤ ਗਿਣਤੀ ਕਿਹਦੀ ਹੋ ਗਈ? ਮੁਸਲਮਾਨ ਦੀ। ਅੱਜ ਮੁਸਲਮਾਨ ਵੋਟਰ ਜਿਹੜਾ ਆ ਉਹ ਗੁਜਰਾਤ ਤੋਂ ਬਾਅਦ ਤੁਸੀਂ UP ਦੀ ਹੁਣ ਪੋਲਿਟਿਕਸ ਦੇਖ ਰਹੇ ਹੋ, ਕਿ ਮੈਂ ਕਲੋਜ਼ਲੀ ਥੋੜਾ ਵਾਚ ਕਰਨ ਦਾ ਯਤਨ ਕਰਦਾ ਉੱਥੋਂ ਦੀ ਰਾਜਨੀਤੀ ਨੂੰ, ਤਾਂ
ਅੱਜ ਉੱਥੇ ਵੀ ਉਹ ਮਹੱਤਵਹੀਨ ਹੋ ਗਿਆ, ਸਮਝਦੇ ਹੋ ਨਾ, ਮਹੱਤਵਹੀਨ ਹੋ ਗਿਆ। ਗੁਜਰਾਤ ਦੇ ਵਿੱਚ ਵੀ ਮੁਸਲਮਾਨਾਂ ਦੀ ਬਹੁਤ ਵੱਡੀ ਤਾਦਾਦ ਹੈ, ਪਰ ਅੱਜ ਦੀ ਤਾਰੀਖ ਦੇ ਵਿੱਚ ਉਹਨਾਂ ਦੀ ਉੱਥੇ ਸਿਆਸੀ ਤੌਰ ਤੇ ਕੋਈ ਜ਼ਿਆਦੀ ਕੁਛ ਲਿਖ ਨਹੀਂ ਹੈ। ਜੋ ਅੱਜ ਤੋਂ 3 ਦਹਾਕੇ ਜਾਂ 4 ਦਹਾਕੇ ਪਿੱਛੇ ਹੁੰਦੀ ਸੀ। ਫਿਰ ਉਸ ਤੋਂ ਅੱਗੇ ਜਿਹੜੀ ਨਵੀਂ ਪ੍ਰਯੋਗਸ਼ਾਲਾ ਹੈ ਹਿੰਦੂ ਧਰਮ ਦੀ ਯੂਪੀ ਦੇ ਵਿੱਚ, ਉੱਥੇ ਵੀ ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਉਹਨਾਂ ਦੀ ਜਿਹੜੀ ਪ੍ਰਭਾਵਕਾਰਤਾ ਹੈ, ਕਿਉਂਕਿ ਉਹਨਾਂ ਦਾ ਇਤਿਹਾਸ ਮੁਸਲਮਾਨਾਂ ਦਾ ਰਾਜਨੀਤੀ ਵਾਲਾ ਹੀ ਹੈ। ਜੇ ਤੁਸੀਂ ਦੇਖੋਗੇ 19ਵੀਂ ਸਦੀ ਦੇਖ ਲਓ, 20ਵੀਂ ਸਦੀ ਦੇਖ ਲਓ, ਉਹਨਾਂ ਦਾ ਰਾਜਨੀਤੀ ਚ ਇੱਕ ਇਤਿਹਾਸ ਰਿਹਾ, ਪਰ ਉੱਥੇ ਵੀ ਉਹ ਮੰਨਤੀ ਹੋ ਗਏ ਨੇ ਪ੍ਰਭਾਵਕਾਰਤਾ ਦੇ ਮਾਮਲੇ ਚ। ਐਸੇ ਕੇਸਿਸ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਿਸੇ ਚੀਜ਼ ਦੀ, ਤਾਂ ਉਹ ਕੀ ਹੈ ਕਿ ਹੌਲੀ ਹੌਲੀ ਜਦੋਂ ਕਿਸੇ ਇੱਕ ਤਬਕੇ ਦੀ ਵੋਟ ਕੋਈ ਅਸਰ ਨਾ ਕਰ ਰਹੇ, ਕਿਉਂਕਿ ਹਿੰਦੂ ਵੋਟ ਦੀ ਗੋਲਬੰਦੀ ਬਹੁਤ ਜ਼ਬਰਦਸਤ ਹੈ, ਬਹੁਤ ਜ਼ਬਰਦਸਤ ਹੈ, ਤਾਂ ਫਿਰ ਤੁਹਾਨੂੰ ਪਤਾ ਹੀ ਹੈ ਕਿ ਕੀ ਹੋ ਸਕਦਾ ਕੱਲ ਨੂੰ, ਕਿਉਂਕਿ ਉਹਨਾਂ ਦੀ ਰੁਚੀ ਜਾਂ ਕਹਿ ਲਓ ਕਿ ਹੁਣ ਜਿਵੇਂ ਸਿੱਖ ਕੌਮ ਆ, ਠੀਕ ਆ, ਮੈਂ ਨਹੀਂ ਕਹਿੰਦਾ ਕਿ ਇਸ ਕੌਮ ਦੇ ਵਿੱਚ ਕੋਈ ਗਲਤ ਬੰਦਾ ਨਹੀਂ ਹੋਏਗਾ ਜਾਂ ਕੋਈ ਗਲਤੀ ਨਹੀਂ ਹੁੰਦੀ ਹੋਏਗੀ, ਪਰ ਜਿਸ ਤਰੀਕੇ ਨਾਲ ਹੁਣ ਉਤਲੇ ਪੱਧਰ ਤੇ ਭੰਡਿਆ ਜਾ ਰਿਹਾ, ਪ੍ਰਚਾਰਿਆ ਜਾ ਰਿਹਾ ਵਾ, ਤਾਂ ਉਹ ਕੀ ਹੁੰਦਾ ਕਿ ਹੌਲੀ ਹੌਲੀ ਇਹ ਚੀਜ਼ਾਂ ਇਹ ਤਾਂ ਕੋਈ ਸੋਚ ਹੀ ਨਹੀਂ ਰਿਹਾ ਕਿ ਜੇ ਲਿੰਚਿੰਗ ਦੀ ਘਟਨਾ ਕੋਈ ਹੁੰਦੀ ਹੈ ਤਾਂ ਉਹਦੇ ਪਿੱਛੇ ਕਾਰਨ ਕੀ ਰਹੇ ਨੇ, ਕਾਰਨ ਕੀ ਰਹੇ ਨੇ। ਉਹ ਕਾਰਨ ਮੈਂ ਜਿਵੇਂ ਜੋੜਿਆ ਉਸ ਚੀਜ਼ ਨੂੰ ਨਾਲ ਜੋੜ ਰਿਹਾ ਇਸ ਚੀਜ਼ ਨੂੰ ਵੀ ਕਿ ਕਿਤੇ ਨਾ ਕਿਤੇ ਉਹ ਡੈਮੋਕ੍ਰੈਟਿਕ ਵੈਲਿਊ ਜਿਹੜੀਆਂ ਨੇ ਤੁਹਾਡੀਆਂ, ਉਹ ਇੱਕ ਖਾਸ ਭਾਈਚਾਰੇ ਦੇ ਮਨ ਦੇ ਵਿੱਚੋਂ ਜੇ ਟਿੱਕੀਆਂ ਪੈਣੀਆਂ ਸਟਾਰਟ ਹੋ ਜਾਣ ਤਾਂ ਉਹ ਬਹੁਤ ਚਿੰਤਾਜਨਕ ਗੱਲ ਹੋਆ, ਔਰ ਬਹੁਤ ਜ਼ਿਆਦਾ ਰਿਜ਼ਲਟ ਜਿਹੜੇ ਆ ਗੰਭੀਰ ਹੋ ਸਕਦੇ ਆਉਣ ਵਾਲੇ ਸਮੇਂ 'ਚ। ਇਹ 2 ਘੱਟ ਗਿਣਤੀਆਂ ਦਾ ਇਸ ਟਾਈਮ ਮਸਲਾ ਜਿਹੜਾ ਕੁਛ ਇਸ ਤਰ੍ਹਾਂ ਦਾ ਹੈ ਕਿ ਦੋਨਾਂ ਦਾ ਯਕੀਨ ਜਿਹੜਾ ਹੈ ਲਗਾਤਾਰ ਘਟ ਰਿਹਾ ਹੈ। ਇੱਕ ਦਾ ਕਹਿ ਲਓ ਰਾਜਸੀ ਸਿਸਟਮ 'ਚ ਉੰਦ ਕਰ ਦਿੱਤਾ ਗਿਆ, ਜਾਂ ਕਹਿ ਲਓ ਕਿ ਜੋ ਸਾਡਾ ਉਹ ਸੰਵਿਧਾਨਕ ਢਾਂਚਾ ਹੈ ਉਹਦੇ ਵਿੱਚ ਵੀ NCR ਦਾ ਰੌਲਾ ਪਿਆ ਸੀ ਨਾ, CA ਦਾ। ਤਾਂ ਕਹਿਣ ਦਾ ਭਾਵ ਇਹ ਹੈ ਕਿ ਉਹੀ ਕਹਾਣੀ ਅੰਦਰ ਹੈ। ਤਾਂ ਦੂਸਰੀ ਜਿਹੜੀ ਇਸ ਵੇਲੇ ਦੀ ਵੱਡੀ ਚਿੰਤਾ ਮੇਰੇ ਵਾਸਤੇ, ਜਿਹਨੂੰ ਮੈਂ ਜੋੜ ਰਿਹਾ ਹੌਲੀ ਹੌਲੀ ਯਤਨ ਕਰਦੇ ਹਾਂ, ਪਤਾ ਨਹੀਂ ਜੋੜ ਸਕੂੰਗਾ ਕਿ ਨਹੀਂ, ਕਿ ਦੂਸਰੀ ਚਿੰਤਾ ਹੈ ਕਿ ਜਿਵੇਂ ਹੁਣ ਕੱਲ ਚੋਣ ਸੁਧਾਰ ਬਿੱਲ ਦੀ ਤੁਸੀਂ ਗੱਲ ਕੀਤੀ ਆ, ਉਹ ਪੇਸ਼ ਹੋਇਆ। ਚੋਣ ਸੁਧਾਰ ਜਦੋਂ ਵੀ ਤੁਹਾਡੇ ਇਲੈਕਟਰਲ ਰਿਫਾਰਮਸ ਕਹਿ ਲਓ ਅੰਗਰੇਜ਼ੀ ਦੇ ਵਿੱਚ, ਇਹ ਕੋਈ ਛੋਟੀ ਗੱਲ ਨਹੀਂ ਹੈ। ਵੋਟ ਦੇ ਨਾਲ ਦੇਸ਼ ਬਣਦਾ, ਦੇਸ਼ ਦਾ ਸਿਸਟਮ ਬਣਦਾ, ਨਿਜ਼ਾਮ ਚੱਲਦਾ ਹੈ, ਉਹ ਕੋਈ ਛੋਟੀ ਗੱਲ ਨਹੀਂ। ਪਰ ਲੋਕ ਸਭਾ ਤੋਂ ਬਾਅਦ ਰਾਜ ਸਭਾ ਦੇ ਵਿੱਚ ਵੀ ਉਹਦੇ ਤੇ ਕੋਈ ਬਹਿਸ ਨਹੀਂ ਹੋ ਸਕਦੀ, ਕੋਈ ਬਹਿਸ ਨਹੀਂ ਹੋਈ। ਇਹ ਮੇਰੇ ਲਈ ਸੈਕੰਡ ਚਿੰਤਾ ਹੈ ਬਤੌਰ ਇੱਕ ਨਾਗਰਿਕ, ਕਿਉਂਕਿ ਮੈਂ ਕੋਈ ਬਹੁਤ ਵੱਡਾ ਵਿਸ਼ਲੇਸ਼ਕ ਨਹੀਂ ਮੰਨਦਾ ਆਪਣੇ ਆਪ ਨੂੰ, ਨਾ ਮੈਂ ਬਹੁਤਾ ਸਿਆਣਾ ਮੰਨਦਾ ਵਾਂ। ਮੇਰਾ ਮੰਨਣਾ ਇਹ ਆ ਕਿ ਬਹੁਤ ਜਿਹੜੇ ਮਹੱਤਵਪੂਰਨ ਬਿੱਲ ਨੇ ਉਹ ਬਹਿਸ ਤੋਂ ਬਿਨਾਂ ਹੀ ਪਾਸ ਹੋਏ ਜਾ ਰਹੇ ਆ। ਮਜ਼ੇਦਾਰ ਕੀ ਹੈ, ਲੋਕ ਸਭਾ 'ਚ ਕੋਈ ਫਰਕ ਨਹੀਂ ਪੈਂਦਾ, ਰਾਜ ਸਭਾ 'ਚ ਵੀ ਉਹਨਾਂ ਕੋਲ ਨੰਬਰ ਗੇਮ ਹੈ, ਔਰ ਵਿਰੋਧੀ ਧਿਰ ਲਗਾਤਾਰ ਇੱਕ ਗੱਲ ਤੇ ਅੜ ਕੇ ਮਹੱਤਵਪੂਰਨ ਮੁੱਦਿਆਂ ਤੇ ਵੀ ਬਹਿਸ ਜਿਹੜੀ ਹੈ ਉਹ ਨਹੀਂ ਹੋਣ ਦਿੰਦੀ। ਉਹਦਾ ਕਾਰਨ ਜਿਹੜਾ ਆ ਉਹ ਤੇ ਸਮਝੋ ਪਰੇ ਹੈ ਕਿ ਕਿਉਂ ਐਸਾ ਵਾਪਰ ਰਿਹਾ, ਪਰ ਉਹਦਾ ਨਤੀਜਾ ਸਾਡੇ ਸਾਹਮਣੇ ਹੈ ਜੀ। ਨਤੀਜਾ ਸਾਡੇ ਸਾਹਮਣੇ ਆ ਕਿ ਜਦੋਂ ਬਹਿਸ ਤੋਂ ਬਗੈਰ ਉਹ ਕਾਨੂੰਨ ਲਾਗੂ ਹੁੰਦੇ ਆ, ਜਿਸ ਨੂੰ ਇੱਕ ਤਬਕਾ ਜਾਂ ਇੱਕ ਵਰਗ ਜਿਹੜਾ ਹੈ ਉਹ ਗਲਤ ਸਮਝਦਾ ਤੇ ਵਿਰੋਧ ਸ਼ੁਰੂ ਹੋ ਜਾਂਦਾ, ਜਾਂ ਕੋਰਟ ਕਚਹਿਰੀਆਂ ਚ ਰੌਲੇ ਚਲੇ ਜਾਂਦੇ ਆ ਜੀ। ਹੁਣ ਜਿਵੇਂ ਚੋਣ ਸੁਧਾਰਾਂ ਦੀ ਗੱਲ ਕਰੀਏ, ਇਹਦੇ ਵਿੱਚ ਸਾਡੇ ਵੋਟਰ ਕਾਰਡ ਨੂੰ ਜੋੜਨਾ ਆਧਾਰ ਕਾਰਡ ਦੇ ਨਾਲ, ਆਧਾਰ ਕਾਰਡ ਇੱਕ ਐਕਟ ਦੇ ਤਹਿਤ ਲਿਆਂਦਾ ਗਿਆ। ਸੁਪਰੀਮ ਕੋਰਟ ਉਹਦੇ ਤੇ ਜੱਜਮੈਂਟ ਦੇ ਚੁੱਕਾ ਵਾ, ਫੈਸਲਾ ਦੇ ਚੁੱਕਾ ਵਾ। ਇਹ ਬਹਿਸ ਹੋਣੀ ਚਾਹੀਦੀ ਸੀ ਕਿ ਕਿੱਥੋਂ ਕੁ ਤੱਕ ਦਾ ਘੇਰਾ ਹੋਊਗਾ। ਫਿਰ ਕਹਿੰਦੇ ਕਿ ਮੈਂਡੇਟਰੀ ਨਹੀਂ ਹੋਏਗਾ, ਵਲੰਟਰੀ ਹੋਏਗਾ। ਇਹ ਵਲੰਟਰੀ ਵੀ ਤੁਹਾਡੇ ਵਾਸਤੇ ਚੁਆਇਸ ਹੋਏਗੀ। ਵਲੰਟਰੀ ਦਾ ਕੀ ਮਤਲਬ ਹੈ? ਕਿਉਂਕਿ ਅੱਗੇ ਸੁਪਰੀਮ ਕੋਰਟ ਨੇ ਇਹੀ ਕਿਹਾ ਸੀਗਾ ਕਿ ਕੁਝ ਖਾਸ ਮਾਮਲੇ ਤੇ ਤੁਸੀਂ ਯੂਜ਼ ਕਰ ਸਕਦੇ, ਸਰਕਾਰ ਨੇ ਕਿਹਾ ਸੀ। ਪਰ ਅੱਜ ਤੁਸੀਂ ਦੇਖੋ, ਮੈਂ ਜੇ ਕੋਈ ਟੈਲੀਫੋਨ ਦਾ ਨੰਬਰ ਵੀ ਖਰੀਦਣਾ ਮੈਨੂੰ ਆਧਾਰ ਤੋਂ ਬਿਨਾਂ ਨਹੀਂ ਮਿਲੇਗਾ, ਆਧਾਰ ਤੋਂ ਬਿਨਾਂ ਨਹੀਂ ਮਿਲੇਗਾ। ਜੇ ਬਿਹਾਰ ਦੇ ਵਿੱਚ ਤੇ ਕੁਝ ਇਸ ਤਰ੍ਹਾਂ ਦਾ ਸਿਸਟਮ ਹੈ ਕਿ ਜੇ ਤੁਸੀਂ ਪੁਲਿਸ ਕੰਪਲੇਂਟ ਕਰਨੀ ਹੈ ਆਧਾਰ ਕਾਰਡ ਨੰਬਰ ਦਿਓ ਪਹਿਲਾਂ। ਤਾਂ ਕਹਿਣ ਦਾ ਮਤਲਬ ਹੈ ਕਿ ਬਹੁਤ ਸੈਂਸਿਟਿਵ ਇਸ਼ੂ ਸੀਗਾ, ਬਹੁਤ ਮਹੱਤਵਪੂਰਨ ਮੁੱਦਾ ਸੀਗਾ ਕਿ ਬਹੁਤ ਸਾਰੇ ਲੋਕਾਂ ਕੋਲ ਆਧਾਰ ਕਾਰਡ ਹੈ ਨਹੀਂ, ਵੋਟਰ ਕਾਰਡ ਹੈ। ਜਦ ਕਿ ਆਧਾਰ ਕਾਰਡ ਇੱਕ ਐਡਰੈਸ ਹੈ, ਵੋਟਰ ਕਾਰਡ ਤੁਹਾਡੀ ਨਾਗਰਿਕਤਾ ਹੈ। ਤੁਹਾਡੇ ਕੋਲ ਐਡਰੈਸ ਦਾ ਨਾਮ ਹੋਣਾ ਤੁਹਾਡੀ ਵੋਟ ਨੂੰ ਕੱਟ ਦੇਗਾ।
ਇਹ ਬਹੁਤ ਮਹੱਤਵਪੂਰਨ ਮੁੱਦਾ ਸੀਗਾ। ਫਿਰ ਖੁਦ ਜਿਹੜਾ UAID ਹੈ, ਇਹ ਆਧਾਰ ਕਾਰਡ ਵਾਲਾ, ਉਹ ਡਾਟਾਬੇਸ ਦੀ ਗਰੰਟੀ ਨਹੀਂ ਦਿੰਦਾ, ਉਹ ਡਾਟਾਬੇਸ ਦੀ ਗਰੰਟੀ ਨਹੀਂ ਦਿੰਦਾ। ਕੱਲ ਨੂੰ ਕੋਈ ਮਿਸਯੂਜ਼ਿੰਗ ਹੁੰਦੀ ਹੈ, ਉਹਦੀ ਕੀ ਗਰੰਟੀ ਹੈ? ਕੁਛ ਵੀ ਸਾਫ਼ ਨਹੀਂ ਹੈ। ਉਹਦੇ ਤੇ ਬਹਿਸ ਹੋਣੀ ਚਾਹੀਦੀ ਸੀ। ਦੂਜੇ ਸੁਧਾਰ ਇਹਨਾਂ ਨੇ ਅੱਛੇ ਕੀਤੇ ਨੇ, ਮੈਂ ਉਹਨਾਂ ਨੂੰ ਠੀਕ ਮੰਨਦਾ ਵਾਂ। ਚਲੋ ਜਿੱਦਾਂ ਕਿ ਕੋਈ ਵੀ ਨੌਜਵਾਨ ਆ, ਉਹ ਹੁਣ ਸਾਲ ਦੇ ਵਿੱਚ ਇੱਕ ਵਾਰੀ ਨਹੀਂ, ਉਹਦੇ ਕੋਈ 4 ਮੌਕੇ ਹੋਇਆ ਕਰਨਗੇ ਕਿ ਉਹ ਆਪਣੀ ਨਵੀਂ ਵੋਟ ਇਹਨਾਂ 3-3 ਮਹੀਨਿਆਂ ਦੇ ਵਕਤ ਵਿੱਚ ਬਣਾ ਪਾਏਗਾ। ਉਹ ਅੱਛੀ ਗੱਲ ਆ, ਕਿਉਂਕਿ ਸੁਧਾਰਾਂ ਦਾ ਵਿਰੋਧ ਨਹੀਂ ਹੋਣਾ ਚਾਹੀਦਾ। ਆਧਾਰ ਕਾਰਡ ਨਾਲ ਵੋਟਰ ਲਿੰਕ ਹੁੰਦਾ ਹੈ, ਉਹ ਵੀ ਕੋਈ ਮਾੜੀ ਗੱਲ ਨਹੀਂ, ਡਬਲ ਵੋਟਰ ਫੜਿਆ ਜਾਏਗਾ। ਪਰ ਰੌਲਾ ਇਹ ਹੈ ਕਿ ਤੁਸੀਂ ਉਹਨੂੰ ਮੈਂਡੇਟਰੀ ਵੀ ਨਹੀਂ ਕਰਦੇ, ਕਿਉਂਕਿ ਕਿਤੇ ਨਾ ਕਿਤੇ ਕਾਨੂੰਨੀ ਜਿਹੜੀ ਹੈ ਉਹ ਬੰਦਿਸ਼ ਵੀ ਨਜ਼ਰ ਆਉਂਦੀ ਹੈ। ਇਸ ਕਰਕੇ ਇਹਦੇ ਤੇ ਬਹਿਸ ਹੋਣੀ ਚਾਹੀਦੀ ਕਿ ਜਿਵੇਂ ਮੇਰੇ ਸਵਾਲ ਹੈ, ਬਹੁਤ ਸਾਰੇ ਨਾਗਰਿਕਾਂ ਦੇ ਹੁੰਦੇ, ਉਹ ਕਲੀਅਰ ਹੋਣੇ ਚਾਹੀਦੇ ਸੀਗੇ ਜੀ। ਵੌਇਸ ਆਫ ਸਿਟੀ 1320 AM ਤੁਸੀਂ ਦੋਸਤੋ ਸੁਣਦੇ ਦੇਖਦੇ ਜਾ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਸਰਦਾਰ ਸੁਖਦੇਵ ਸਿੰਘ ਢੀਂਡਸਾ ਹੋਣਾ ਨੇ ਕੁਝ ਪੱਤੇ ਖੋਲ੍ਹੇ ਨੇ, ਸ਼ੁਰੂ ਕੀਤੇ ਨੇ, ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਜਿਹੜੀ ਗੱਲ ਕਹੀ ਆ, ਉਹ ਕਹਿੰਦੇ ਆ ਕਿ ਅਸੀਂ ਭਾਜਪਾ ਹਾਈਕਮਾਨ ਤੇ ਮੋਦੀ ਸਰਕਾਰ ਦੇ ਕੋਲ 3 ਅਹਿਮ ਮੰਗਾਂ ਰੱਖੀਆਂ ਨੇ। ਇਹ 3 ਮੰਗਾਂ ਕਿਹੜੀਆਂ ਨੇ ਕਿ ਸਿੱਖ ਕੈਦੀਆਂ ਦੀ ਰਿਹਾਈ ਅਵਲ, ਤੇ ਦੂਜੇ ਨੰਬਰ ਤੇ ਹੋ ਗਈ ਪੰਜਾਬ ਨੂੰ ਚੰਡੀਗੜ੍ਹ ਦੇ ਦਿਓ, ਤੇ ਤੀਜੀ ਹੈ ਕਿ ਇੱਕ ਆਰਥਿਕ ਪੈਕੇਜ ਜਿਹੜੀ ਹੈ ਉਹ ਦਿੱਤਾ ਜਾਣਾ ਜ਼ਰੂਰੀ ਹੈ। 3 ਮਹੱਤਵਪੂਰਨ, ਮਤਲਬ ਕਿ ਉਹਨਾਂ ਨੇ, ਦੇਖੋ ਗੱਲ ਕੀ ਹੈ, ਥੋੜਾ ਜਿਹਾ ਮੈਂ ਤੁਹਾਨੂੰ ਦੱਸ ਦਿੰਦਾ ਇਹਨਾਂ ਦੇ ਅੰਦਰ ਖਾਤੇ ਦਾ ਵੀ ਝਗੜਾ, ਕਿ ਰਣਜੀਤ ਸਿੰਘ ਬ੍ਰਹਮਪੁਰਾ ਤੇ ਕੁਝ ਹੋਰ ਜਿਹੜੇ ਆਗੂ ਆ, ਉਹ ਇਸ ਵੇਲੇ ਦਫੇੜ ਪਾਈ ਬੈਠੇ ਆ ਕਿ ਤੁਸੀਂ ਅਮਿਤ ਸ਼ਾਹ ਨਾਲ ਜਾਂ ਇਹਨਾਂ ਦੇ ਨਾਲ ਜਿਹੜੀ ਸਾਂਝ ਅਖਤਿਆਰ ਕੀਤੀ ਆ, ਕਿਤੇ ਨਾ ਕਿਤੇ ਭਾਈ ਗਲਤ ਆ। ਇਸ ਮਤਲਬ ਕਿ ਕੀਮਤੋਂ ਪਰੰਤੂ ਨੇ ਸਾਥੀਆਂ ਬਣੀ, ਉਹ ਹੁੰਦੇ ਇਸ ਕਰਕੇ ਆ ਕਿਉਂਕਿ ਦੇਖੋ, ਮੈਂ ਤੁਹਾਨੂੰ, ਚਾਹੇ ਤੁਸੀਂ ਸਮਾਜ ਦੇ ਵਿੱਚ ਵਿਚਰਦੇ ਹੋ, ਚਾਹੇ ਸਿਆਸਤ ਦੇ ਵਿੱਚ, ਇੱਕ ਸਾਫ਼ ਇੱਕ ਜਲਦੀ ਗੱਲ ਕਰ ਦਿੰਦਾ ਵਾਂ ਕਿ ਇੱਕ ਬੰਦੇ ਨੂੰ ਇਹ ਹੁੰਦਾ ਕਿ ਯਾਰ ਸਾਨੂੰ ਕੀ ਮਿਲੇਗਾ, ਮੈਨੂੰ ਕੀ ਮਿਲੇਗਾ, ਕਰਕੇ ਅਸੀਂ 5-7 ਜਣੇ ਇਕੱਠੇ ਰਹੇ ਹਾਂ, ਉਹਦੇ ਚ ਮੈਨੂੰ ਕੀ ਮਿਲੇਗਾ? ਢੀਂਡਸਾ ਦੀ ਪਹੁੰਚ ਦਿੱਲੀ ਠੀਕ ਹੈ, ਸੁਣਿਆ ਤੇਰੀ ਪਹੁੰਚ ਖੁਦਾ ਤੱਕ ਹੈ, ਪਰ ਗੱਲ ਇਹ ਹੈ ਕਿ ਸਾਨੂੰ ਕੀ ਮਿਲੇਗਾ? ਸਾਨੂੰ ਤੇ ਹੋ ਸਕਦਾ ਉਹ ਪਿੰਡਾਂ ਚ ਨਾ ਵੜਦੇ, ਇਹ ਵੀ ਤੇ ਇਨਸਿਕਿਉਰਿਟੀ ਹੈ ਨਾ। ਸੋ ਇਸ ਕਰਕੇ ਕਿੰਤੂ ਪਰੰਤੂ, ਪਰ ਇੰਨਾ ਨਹੀਂ, ਹੁਣ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇੱਕ ਤਾਂ ਆਪਣਾ ਵਿਜ਼ਨ ਖੋਲ ਦਿੱਤਾ ਹੈ ਕਿ ਅਸੀਂ ਕਿਸ ਦ੍ਰਿਸ਼ਟੀਕੋਣ ਨਾਲ ਜਾਂ ਕਿਸ ਸਿਆਸੀ ਏਜੰਡੇ ਨਾਲ ਅੱਗੇ ਵਧ ਰਹੇ ਹਾਂ, ਤਾਂ ਦੂਸਰਾ ਆਪਣੇ ਸਾਥੀਆਂ ਨੂੰ ਵੀ ਦੱਸਿਆ ਕਿ ਇਹਦੇ ਚ ਯਾਰ ਇਹੋ ਜਿਹੀਆਂ ਮੰਗਾਂ ਹਨ ਕਿ ਲੋਕ ਚਾਹ ਕੇ ਵੀ ਆਪਣੇ ਤੋਂ ਦੂਰ ਨਹੀਂ ਹੋਊਗੇ, ਇੱਕ ਚੀਜ਼ ਨਾਲ ਦੋਸ਼ਕਾਰ ਹੈ। ਸੋ ਗੱਲ ਇਹ ਹੈ ਕਿ ਬਾਕੀ ਤੁਸੀਂ ਇਹਨਾਂ ਚੀਜ਼ਾਂ ਨੂੰ ਐਨਾਲਾਈਜ਼ ਕਰ ਸਕਦੇ ਹੋ ਕਿ ਕੀ ਚੰਡੀਗੜ੍ਹ ਹੁਣ ਮਿਲ ਸਕਦਾ ਹੈ ਪੰਜਾਬ ਨੂੰ, ਜੇ ਮਿਲੇਗਾ ਕੀ ਚੰਡੀਗੜ੍ਹ ਵਾਲੇ ਪੰਜਾਬ ਦੇ ਵਿੱਚ ਆਉਣ ਲਈ ਰਾਜ਼ੀ ਹੋ ਜਾਣਗੇ? ਉਹਨਾਂ ਨੂੰ ਪਤਾ ਹੈ ਨਾ, ਪੰਜਾਬ ਦੇ ਨੇਤਾ ਬੜੇ ਸਿਆਣੇ, ਕਿਤੇ ਚੰਡੀਗੜ੍ਹ ਨੂੰ ਕੈਲੀਫੋਰਨੀਆ ਨਾ ਬਣਾ ਦੇਣ, ਕਿਉਂਕਿ ਇਹ ਵੀ ਤੇ ਡਰ ਰਹਿੰਦਾ ਨਾ ਕਿ ਕਿਤੇ ਚੁੱਕ ਕੇ ਕੈਲੀਫੋਰਨੀਆ ਨਾ ਬਣਾ ਦੇਣ, ਉਹਨੂੰ ਕੁਏਟੋ ਨਾ ਬਣਾ ਦੇਣ, ਇਹੋ ਜਿਹੇ ਤੇ ਸ਼ਬਦ ਨੇ। ਦੂਜੀਆਂ 2 ਮੰਗਾਂ ਮੈਂ ਤਾਂ ਨਹੀਂ ਨਾ, ਵੈਸੇ ਚਲੋ ਠੀਕ ਹੈ, ਆਪਣੀ ਖਾਤੇ ਸਾਰੀਆਂ ਮੰਗਾਂ ਨੇ ਜੇ ਪੂਰੀਆਂ ਹੋ ਜਾਣ ਵਧੀਆ ਗੱਲ ਆ। ਰਿਹਾਈ ਵੀ ਹੋ ਜਾਣੀ ਚਾਹੀਦੀ ਹੈ, ਜੋ ਸਜ਼ਾ ਯਾਫਤਾ ਸਜ਼ਾ ਕਰ ਚੁੱਕੇ, ਔਰ ਸਿੱਖੀ ਕਿਉਂ, ਮੈਂ ਤਾਂ ਕਹਿੰਦਾ ਹਰੇਕ, ਚਾਹੇ ਉਹ ਹਿੰਦੂ ਹੈ, ਚਾਹੇ ਮੁਸਲਮਾਨ ਹੈ, ਚਾਹੇ ਉਹ ਈਸਾਈ ਆ, ਮੋਦੀ ਆ, ਜੈਨੀ ਆ, ਜੇ ਤੈਅ ਸਜ਼ਾ ਤੋਂ ਵੱਧ ਸਜ਼ਾ ਕਰ ਚੁੱਕਾ ਹੈ, ਐਫੀਡੇਵਿਟ ਦਿੰਦਾ ਕਿ ਗਾਹ ਭਾਈ ਮੈਂ ਇੱਕ ਅੱਛੇ ਨਾਗਰਿਕ ਦੇ ਤੌਰ ਤੇ ਸਮਾਜ ਦੇ ਵਿੱਚ ਵਿਚਰਨਾ ਚਾਹੁੰਦਾ ਵਾ, ਬੇਲ ਪਾਉਣ ਨੂੰ ਭਰਾ ਲਓ, ਵੱਧ ਤੋਂ ਵੱਧ ਜਾਣਦੇ ਉਹਨੂੰ ਜੀ ਕਰੇ ਜਾਵੇ। ਉਹਦੇ ਚ ਧਰਮ ਦਾ ਤਾਂ ਮੈਂ ਕਹਿੰਦਾ ਕਿ ਕੋਈ ਡਿੱਕਾ ਹੀ ਨਹੀਂ ਹੋਣਾ ਚਾਹੀਦਾ, ਸਾਰਿਆਂ ਵਾਸਤੇ ਹੀ ਹੈ, ਬਿਲਕੁਲ ਰਾਤ ਦਿਲੀ ਦਿਖਾਓ ਸਾਰਿਆਂ ਨੂੰ। ਪਰ ਦੂਜੀ ਗੱਲ ਇਹ ਕਿ ਗੱਲ ਮੈਂ ਤੇ ਇਹ ਕਹਿੰਦਾ ਚੁੱਕਾ ਪੁੱਕਾ ਜਦੋਂ ਤੁਸੀਂ ਹੁਣ ਕਰ ਨਹੀਂ ਰਹੇ ਹੋ ਤੇ ਇੱਕ ਸਿੱਧਾ ਨਕਸ਼ਾ ਹੀ ਲਾ ਦਿਓ ਕਿ ਉਹ ਸਾਨੂੰ ਪੰਜਾਬ ਹੀ ਬਣਾ ਦਿਓ, ਫਿਰ ਅੱਗੇ ਯੂਨਾਈਟ ਕਰ ਦਿਓ, ਉਹ ਦਿੱਲੀ ਨਾਲ ਲੱਗ ਜਾਂਦੇ, ਵਪਾਰ ਬਹੁਤ ਸ਼ਾਨਦਾਰ ਚੱਲੇਗਾ। ਹੁਣ ਤੇ ਭਾਊ ਤੇ ਟਾਊ ਜਿਹੜੇ ਉਹਨਾਂ ਦੀ ਵੀ ਏਕਤਾ ਹੋਈ ਪਈ ਹੈ ਨਾ ਪੰਜਾਬ ਦੇ, ਰੱਖ ਦਿਓ, ਉਹ ਦਿੱਲੀ ਨਾਲ ਜਾ ਲੱਗਾਂਗੇ। ਜਾਂ ਕਹੋ ਕਿ ਤੁਹਾਨੂੰ ਡੈਮਾਂ ਦਾ ਵੀਡੀਓ ਕੰਟਰੋਲ ਸਾਡਾ ਪਾਣੀ ਦੇ ਦਿਓ ਜੀ, ਕਿਉਂਕਿ ਗਾਂ ਪਾਣੀ ਗੋਲਡ ਹੋਏਗਾ, ਸੋਨਾ ਨਹੀਂ ਰਹੇਗਾ। 20 ਸਾਲ ਬਾਅਦ 30 ਸਾਲ ਬਾਅਦ ਪਾਣੀ ਗੋਲਡ ਹੋਏਗਾ, ਅਸੀਂ ਸੋਨੇ ਵਾਲੇ ਬਣ ਜਾਵਾਂਗੇ। ਚਲੋ ਕਾਲਰ ਨੇ ਤੋਂ ਪੈਸੇ ਲੈ ਲਈਏ, ਕਰਜ਼ਾ ਲਾ ਲਵਾਂਗੇ। ਲਓ ਜੀ ਕਾਲਰ, ਵੈਲਕਮ ਜੀ, ਸਵਾਗਤ ਹੈ ਜੀ।
ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਮੈਂ ਏਅਰਪੀਐਨ ਜੀ। ਜੀ ਵੀਰੇ, ਸਤਿ ਸ੍ਰੀ ਅਕਾਲ। ਹਾਂਜੀ ਮਿੰਟੂ ਭਾਜੀ ਸਤਿ ਸ਼੍ਰੀ ਅਕਾਲ। ਮਿੰਟੂ ਭਾਜੀ ਪਿੱਛੇ ਜੇ ਇੱਕ ਗੱਲ ਸੁਣ ਚ ਆਈ ਹੈ ਵੀ ਭਾਰਤ ਸਰਕਾਰ ਨਾ ਲੋਕ ਸਭਾ ਦੇ ਜਿਹੜੇ ਮੈਂਬਰ ਆ ਵਧਾਉਣਾ ਚਾਹੁੰਦੀ ਆ, ਤੇ ਪਰ ਉਹਨਾਂ ਦੀ ਜਿਹੜੀ ਗਿਣਤੀ ਆ ਉਹ ਜਨਸੰਖਿਆ ਦੇ ਆਧਾਰ ਤੇ ਹੋਏਗੀ। ਰਿਫਾਰਮ ਕਰ ਰਹੀ ਆ, ਪਰ ਦੱਖਣ ਦੇ ਸੂਬੇ ਇਸ ਗੱਲ ਦਾ ਵਿਰੋਧ ਕਰ ਰਹੇ ਆ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜੇ ਜਨਸੰਖਿਆ ਆਧਾਰ ਤੇ ਹੋਈ ਤਾਂ ਯੂਪੀ ਵਰਗੇ ਸੂਬੇ ਜਿਹੜੇ ਆ ਸਾਰੀ ਤਾਕਤ ਉਹਨਾਂ ਹੱਥ ਹੋਏਗੀ ਤੇ ਫੈਸਲਾ ਵੀ ਲਿਆ ਕਰਨਗੇ ਕਿ ਭਾਰਤ ਦੀ ਕਿਸਮਤ ਜਾਂ ਦੂਜੇ ਸੂਬਿਆਂ ਦੀ ਕਿਸਮਤ ਕਿਵੇਂ ਤੈਅ ਕਰਨੀ ਆ। ਇਹਦੇ ਜਾਣਕਾਰੀ ਹੈ ਤਾਂ ਵੇਰਵਾ ਸਾਂਝਾ ਕਰੋ ਜੀ। ਜੀ ਹਾਂਜੀ, ਕੋਈ ਬਾਰੇ ਪੰਜਾਬ ਵਾਲੇ ਚੁੱਪ ਬੈਠੇ ਉਹਦੇ ਬੋਲ ਰਹੇ ਹੈਗੇ ਇਹਦੇ ਬਾਰੇ। ਜਾਣਕਾਰੀ ਵਾਅਦਾ ਵੀ ਕਰ ਦਿੰਦਾ ਕਿ ਇਹ ਕੋਈ ਨਵੀਂ ਗੱਲ ਨਹੀਂ ਹੈ, ਦਰਅਸਲ ਪਹਿਲਾਂ ਵੀ ਹੋਇਆ ਔਰ ਹੁੰਦਾ ਵੀ ਰਹੇਗਾ। ਇਹਨਾਂ ਨੇ ਮੇਰੇ ਖਿਆਲ ਦੇ ਨਾਲ ਇੱਕ ਡੇਟ ਰੱਖੀ ਸੀ, ਉਹਨੂੰ ਵਧਾ ਕੇ ਹੁਣ ਸ਼ਾਇਦ 2028 ਤੱਕ ਕੀਤਾ ਨੇ ਇਹਨਾਂ ਨੇ, ਐਗਜ਼ੈਕਟ ਮੈਨੂੰ ਪਤਾ ਨਹੀਂ ਹੈ। ਤੇ ਉਸ ਤੋਂ ਬਾਅਦ ਮਤਲਬ ਕਿ ਜਿੱਦਾਂ ਕੱਲ ਵੀ ਗੱਲ ਕੀਤੀ ਸੀ ਕਿ ਹੱਦਬੰਦੀ ਦੁਬਾਰਾ ਕੀਤੀ ਜਾਵੇ, ਸੀਟਾਂ ਦੀ ਬਾਤ ਘੱਟ ਕੇ ਨਹੀਂ ਕੀਤੀ ਜਾਵੇ। ਭਾਰਤੀ ਜਨਤਾ ਪਾਰਟੀ ਤਾਂ ਇਹਨਾਂ ਸੀਟਾਂ ਨੂੰ ਤਕਰੀਬਨ ਡਬਲ ਕਰਨਾ ਚਾਹੁੰਦੀ ਹੈ, ਉਹ ਉਹਨਾਂ ਦੀ ਮਨਸ਼ਾ ਵੀ ਹੈ। ਤਾਂ ਉਹਦੇ 'ਚ ਆਬਾਦੀ ਦੇ ਹਿਸਾਬ ਦੇ ਨਾਲ ਹੀ ਸੀਟਾਂ ਦੇਣ ਦੀ ਗੱਲ ਹੈ। ਬਿਲਕੁਲ ਤੁਹਾਡੀ ਗੱਲ ਸਹੀ ਹੈ, ਪਰ ਉਹ ਇੱਕ ਥਾਂ ਤੇ ਤਾਂ ਠੀਕ ਸੀ, ਪਰ ਅੱਜ ਦੀ ਤਰੀਕ ਦੇ ਵਿੱਚ ਗਲਤ ਇਉਂ ਹੋ ਜਾਂਦਾ ਆ ਕਿ ਦੇਖੋ ਆਪੇ ਤਾਂ ਤੁਸੀਂ ਕਿਹਾ, ਸਾਡੇ ਪ੍ਰਧਾਨ ਸੇਵਕ ਵੀ ਬੋਲੇ ਸਨ 15 ਅਗਸਤ 2020 ਤੇ ਆਬਾਦੀ ਜੋ ਵੱਧ ਰਹੀ ਹੈ ਉਹਦੇ ਬਾਬਤ, ਤੇ ਉਸ ਤੋਂ ਬਾਅਦ ਇੱਕ ਵਿਸ਼ਾਲ ਇੱਕ ਵੱਡਕਾਰੀ ਡਿਬੇਟ ਵੀ ਚੱਲਿਆ ਇਸ ਮੁਲਕ ਦੇ ਵਿੱਚ। ਔਰ ਖੁਸ਼ਖਬਰੀ ਸਾਡੇ ਵਾਸਤੇ ਇਹ ਆਈ ਕਿ ਅਸੀਂ ਬਿਲਕੁਲ ਬਰਾਬਰ ਤਵਾਜ਼ਨ ਤੇ ਆ ਗਏ ਹਾਂ ਆਬਾਦੀ ਦੇ ਮਾਮਲੇ। ਜਿਹੜਾ ਸਾਡਾ ਨਵਾਂ ਫੈਮਿਲੀ ਹੈ ਸਰਵੇ ਆਇਆ ਨਾ, ਉਹਦੇ 'ਚ ਅਸੀਂ ਬਰਾਬਰ ਆ ਗਏ, ਜੋ ਨੈਟ ਚਾਹੀਦੀ ਹੈ ਨਾ ਫੈਕਟਰੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਤਾਂ ਉਹ ਬਰਾਬਰ ਆ ਗਏ ਹਾਂ ਅਸੀਂ। ਉਹਦੇ ਕੋਈ ਉਹਦੇ 'ਚ ਹੁਣ ਦਿੱਕਤ ਪਰੇਸ਼ਾਨੀ ਨਹੀਂ। ਹੋਰ 10-20 ਸਾਲਾਂ ਬਾਅਦ ਤੁਸੀਂ ਦੇਖਿਓ ਕਿ ਆਬਾਦੀ ਘਟਣੀ ਸਟਾਰਟ ਹੋ ਜਾਣੀ ਹੈ ਜੀ, ਘਟਣੀ ਸਟਾਰਟ ਹੋ ਜਾਏਗੀ। ਤਾਂ ਕਹਿਣ ਦਾ ਮਤਲਬ ਕਿ ਇੱਕ ਪਾਸੇ ਤਾਂ ਤੁਸੀਂ ਪਰਿਵਾਰ ਨਿਯੋਜਨ ਦਾ ਮੈਸੇਜ ਦਿੱਤਾ, ਜਿਹੜੇ ਸਟੇਟਾਂ ਨੇ ਪਰਿਵਾਰ ਨਿਯੋਜਨ ਜਿੱਦਾਂ ਪੰਜਾਬ ਉਹਨਾਂ ਦੇ ਵਿੱਚੋਂ ਮੋਹਰੀ ਸੀ, ਸਾਊਥ ਵਾਲੇ ਬਾਅਦ ਦੇ ਵਿੱਚ ਆਉਂਦੇ ਆ। ਪੰਜਾਬ ਦਾ ਪਹਿਲਾਂ ਹੀ ਜੇ ਤੁਸੀਂ ਫਰਟੀਲਿਟੀ ਰੇਟ ਦੇਖੋ ਡਿੱਗ ਪਿਆ ਸੀਗਾ, ਅੱਜ ਤੇ ਸਾਡਾ ਮਸੀ ਮੇਰੇ ਖਿਆਲ ਦੇ ਨਾਲ 1.5 ਹੈ ਜੀ, ਜਦਕਿ 2.1 ਉਹਨੂੰ ਦੁਨੀਆ ਭਰ ਦੇ ਵਿੱਚ ਐਵਰੇਜ ਮੰਨਿਆ ਜਾਂਦਾ ਹੈ ਕਿ ਸਹੀ ਸੰਤੁਲਿਤ ਹੈ। ਸੰਤੁਲਿਤ ਇਸ ਤਰ੍ਹਾਂ ਹੈ ਕਿ ਉਹਨੇ ਕੋ ਜੰਮੇ ਉਹਨੇ ਕੋ ਮਰ ਗਏ। ਤਾਂ ਅਸੀਂ ਤਾਂ ਉਹ ਜਿਹੜੀ ਦੁਨੀਆ ਦੀ ਇੱਕ ਅਪਣਾਈ ਦਰ ਹੈ ਉਹਦੇ ਤੋਂ ਵੀ ਥੱਲੇ ਆਏ। ਪਰ ਜੇ ਸਾਡਾ ਖਮਿਆਜਾ ਇੱਕ ਪਾਸੇ ਤਾਂ ਅਸੀਂ ਪਰਿਵਾਰ ਨਿਯੋਜਨ ਕੀਤਾ, ਕਿਸ ਮੁਲਕ ਦੀ ਆਬਾਦੀ ਤੇ ਕੰਟਰੋਲ ਕੀਤਾ, ਔਰ ਦੂਸਰੀ ਤਰਫ ਜੇ ਤੁਸੀਂ ਇਹ ਸਜ਼ਾ ਦੇ ਦਿਓ ਕਿ ਆਬਾਦੀ ਆਧਾਰਿਤ ਸੀਟਾਂ ਇਹਨਾਂ ਦੀ ਤਾਕਤ ਜਿਵੇਂ 12 ਤੋਂ ਸਾਡੀ ਫਿਰ 9 ਹੋ ਜਾਏਗੀ ਸੀਟਾਂ ਦੀ ਗਿਣਤੀ, ਸਾਊਥਾਂ ਦੀ ਘੱਟ ਜਾਏਗੀ। ਤੇ ਜਿਨ੍ਹਾਂ ਨੇ ਬੇਤਹਾਸ਼ਾ ਬੱਸੋਂ 'ਚ ਵਾਧਾ ਕੀਤਾ ਔਰ ਇਸ ਦੇਸ਼ ਵਾਸਤੇ ਪ੍ਰੋਬਲਮ ਕ੍ਰੀਏਟ ਕੀਤੀ, ਉਹਨਾਂ ਨੂੰ ਤੁਸੀਂ ਤਾਕਤ ਵਧਣੀ ਦੇ ਦਿਓ, ਇਹ ਤੇ ਅਨਿਆਂ ਹੋਇਆ ਨਾ। ਸੋ ਇਹ ਮਾਮਲਾ ਜਿਹੜਾ ਕੁਛ ਇਸ ਤਰ੍ਹਾਂ ਦਾ ਬਣਦਾ ਹੈ ਜੀ। ਕਾਲਰ ਨੇ ਇੱਕ ਹੋਰ ਕੁਇਕਲੀ ਦੇ ਦੇਣੀ। ਹਾਂਜੀ ਵੀਰੇ। ਹਾਂਜੀ ਸਤਿ ਸ੍ਰੀ ਅਕਾਲ ਜੀ। ਮੇਰਾ ਕੁਐਸਚਨ ਰਿਲੇਟਡ ਆ ਜਿਹੜੀਆਂ ਕੁਝ ਸੀਟਾਂ ਇਹ ਫਾਲਤੂ ਕਰਨਾ ਚਾਹੁੰਦੇ ਨੇ ਤੇ ਆਬਾਦੀ ਦੇ ਤੌਰ ਤੇ, ਫਿਰ ਇਹਨਾਂ ਨੇ ਆਪਣੇ ਜੰਮੂ ਐਂਡ ਕਸ਼ਮੀਰ ਦੇ ਵਿੱਚ ਜੰਮੂ ਨੂੰ ਇਹ ਜਿਹੜੀ ਹੈਗੀ 4 ਸੀਟਾਂ ਦੇ ਰਹੇ ਨੇ, ਤੇ ਸ਼੍ਰੀਨਗਰ ਸਾਈਡ ਜਿੱਥੇ ਕਿ ਆਬਾਦੀ ਜ਼ਿਆਦਾ ਹੈ ਉਹਨਾਂ ਦੀ 1 ਇਨਕਰੀਜ਼ ਕਰ ਰਹੇ ਨੇ। ਇੱਕ ਤਾਂ ਇਹ ਫਾਰਮੂਲਾ ਇਹਨਾਂ ਤੇ ਲਾਗੂ ਹੋਣਾ ਚਾਹੀਦਾ ਜਿਹੜੇ ਇਹ ਪਰਵਾਹ ਨਹੀਂ ਕਰਦੇ। ਸੈਕੰਡਲੀ, ਐਜ਼ ਏ ਸਿੱਖ ਸਾਨੂੰ ਕਦੇ ਦਿਸ਼ਾ ਨਿਰਦੇਸ਼ ਹੋਏ ਨੇ ਆਪਣੀ ਜਿਹੜੀ ਸਾਡੀ ਸਿੱਖ ਬੋਡੀ ਆ ਜਾਂ ਸਿੱਖ ਜਿਹੜੇ ਰਿਲੀਜੀਅਸ ਲੀਡਰਸ ਕਹਿ ਲਓ ਉਹਨਾਂ ਵੱਲੋਂ ਕਿ ਸਾਨੂੰ ਵੀ ਆਪਣੀ ਜਨਸੰਖਿਆ ਵੱਲ ਥੋੜਾ ਸੰਕੇਤ ਤੇ ਇੱਕ ਤੌਰ ਤੇ ਇਸ਼ਾਰਾ ਦਿੱਤਾ ਗਿਆ ਕਿ ਤੁਸੀਂ ਵੀ ਵਧਾਓ ਕਿਸੇ ਤਰੀਕੇ ਨਾਲ, ਕਿਤੇ 1.5 ਤੋਂ 1 ਹੀ ਨਾ ਰਹਿ ਜਿਓ। ਇਸ ਬਾਰੇ ਵੀ ਪਲੀਜ਼ ਦੱਸੋ। ਜਥੇਦਾਰ ਸਾਹਿਬ ਨੇ ਇੱਕ ਵਾਰੀ ਬਿਆਨ ਦਿੱਤਾ ਸੀ ਤੇ ਲੋਕਾਂ ਨੇ ਕਾਫੀ ਖੂਬ ਉਹਦਾ ਮਨੋਰੰਜਨ ਬਿਆਨ ਦਾ ਕੀਤਾ ਸੀ, ਤੇ ਉਹਦੀਆਂ ਜਿਹੜੀਆਂ ਸੀ ਉਹ ਕਾਫੀ ਮਿਰਕਰੀ ਬਣਾ ਕੇ ਕਿ ਜਥੇਦਾਰ ਸਾਹਿਬ ਜੀ ਜਿੰਨੇ ਹੈਗੇ ਨੇ ਇੰਨੇ ਹੀ ਸਿੱਖ ਬਣ ਜਾਣ, ਮਤਲਬ ਮਜ਼ਾਕ ਕੀਤਾ ਸੀ। ਉਹਨੇ ਕਿਹਾ ਸੀ ਸਾਨੂੰ ਆਪਣੀ ਜਿਹੜੀ ਹੈ ਨਹੀਂ, ਪਰ ਇਹ ਤਾਂ ਬਹੁਤ ਸੀਰੀਅਸ ਮੈਟਰ ਹੋ ਜਾਂਦਾ ਨਾ। ਨਹੀਂ ਤੇ ਫਿਰ ਵੀ ਜੀ ਇਹ ਜਥੇਦਾਰ ਦੇ ਕਹਿਣ ਦੀ ਲੋੜ ਨਹੀਂ, ਸਾਨੂੰ ਉਹਨਾਂ ਨੂੰ ਹੁਣ ਹੀ ਵੇਟ ਕਰਨਾ ਪਊਗਾ। ਉਹਨਾਂ ਨੇ ਆ ਕੇ ਥੋੜੀ ਤੁਹਾਡੇ ਬੱਚਿਆਂ ਨੂੰ ਦਾਣੇ ਦੇਣੇ, ਤੁਸੀਂ ਆਪ ਸੋਚਣਾ। ਰਾਈਟ, ਮੇਰਾ ਕਹਿਣ ਦਾ ਮਤਲਬ ਹੈ ਇੱਕ ਤਰੀਕੇ ਨਾਲ ਜਦ ਹਰੇਕ ਗੱਲ ਪਿੱਛੇ ਉਹ ਆਪਣੇ ਦਿਸ਼ਾ ਨਿਰਦੇਸ਼ ਜਾਂ ਕੋਈ ਗੱਲ ਕਰਦੇ ਨੇ, ਫਿਰ ਵਾਈ ਨਾਟ ਕਿ ਜਿਹੜਾ ਮਸਲਾ ਆ ਜਿਸ ਮਸਲੇ ਦੇ ਨਾਲ ਸਾਡਾ ਹੋਂਦ ਜਿਹੜੀ ਆ ਉਹਨੂੰ ਵੀ ਇੱਕ ਤਰੀਕੇ ਨਾਲ ਖਤਰਾ ਹੋ ਜਾਂਦਾ ਆ, ਤੇ ਸਾਡੀ
ਪੋਲੀਟੀਕਲ ਪਾਵਰ ਐਂਡ ਜਾਂ ਤੁਹਾਡੇ ਕੋਲ ਪੋਲੀਟੀਕਲ ਪਾਵਰ ਨਹੀਂ ਨਾ ਰਹੂਗੀ, ਫਿਰ ਤੁਹਾਡੇ ਕੋਲ ਇਕਨੋਮਿਕਲ ਪਾਵਰ ਵੀ ਨਹੀਂ ਰਹੇਗੀ। ਮਿਹਰਬਾਨੀ, ਥੈਂਕ ਯੂ। ਤੁਹਾਡੇ ਵਿਚਾਰ ਬੜੇ ਵਧੀਆ ਨੇ, ਪਰ ਇਹਨੂੰ ਆਪਣੇ ਇੰਡੀਵਿਜੂਅਲ ਤੌਰ ਤੇ ਸਾਰਿਆਂ ਨੂੰ ਆਪੋ ਆਪਣੇ ਤਰੀਕੇ ਨਾਲ ਸੋਚੋ ਕਿ ਸਾਡੇ ਘਰ 'ਚ ਕੀ ਹੈਗਾ ਦਾਣੇ। ਅਸੀਂ ਹਮ ਦੋ ਹਮਾਰੇ ਦੋ ਤਾਂ ਸਭ ਤੋਂ ਪਹਿਲਾਂ ਅਸੀਂ ਪੰਜਾਬੀਆਂ ਨੇ ਅਡਾਪਟ ਕੀਤਾ ਤੇ ਸਿੱਖਾਂ ਨੇ ਉਦੋਂ ਬਾਅਦ ਹਮ ਦੋ ਹੀ ਕਾਫੀ ਤੀਜੇ ਸੇ ਮੈਂ ਮਾਫੀ। ਇਹਦੇ 'ਚ ਇੱਕ ਚੀਜ਼ ਐਡ ਆਨ ਕਰਨਾ ਚਾਹੁੰਦਾ, ਪਰ ਹੁਣ ਨਹੀਂ ਪੋਸੀਬਲ ਹੈਗਾ। ਜੀ ਜੀ ਹੁਣ ਪੋਸੀਬਲ ਨਹੀਂ ਹੈਗਾ, ਕਿਉਂਕਿ ਦੇਖੋ ਹਰੇਕ ਬੰਦੇ ਨੇ ਪਹਿਲਾਂ ਆਪਣਾ ਘਰ ਦੇਖਣਾ। ਬਿਲਕੁਲ। ਮੈਂ ਅੱਗੇ ਵੀ ਇੱਕ ਦਿਨ ਤੁਹਾਨੂੰ ਗੱਲ ਦੱਸੀ ਸੀਗੀ ਕਿ ਮੇਰਾ ਜਦੋਂ ਪਾਲਣ ਪੋਸ਼ਣ ਹੋਇਆ, ਮੇਰਾ ਗਰੀਬ ਬਾਪ ਮੇਰੀ ਪੜ੍ਹਾਈ ਤੇ 1 ਸਾਲ ਦੇ ਵਿੱਚ ਕਿੰਨਾ ਖਰਚ ਕਰਦਾ ਹੋਏਗਾ। ਪ੍ਰਾਇਮਰੀ ਤੱਕ ਮਸੀ 2000-3000 ਜੀ ਮਸੀ, ਠੀਕ ਹੈ ਜੀ। ਮਿਡਲ 4-5000 ਸਾਲ ਦਾ। ਮਿਡਲ ਤੋਂ ਬਾਅਦ ਮੈਂ ਹਾਈ ਸਕੂਲ ਚ ਗਿਆ ਤਾਂ ਕਿੰਨਾ ਖਰਚ ਕਰਦਾ ਹੋਏਗਾ, 10,000। ਅੱਜ ਮੈਂ ਕਹਿੰਦਾ ਕਿ ਮੇਰੇ ਬੱਚੇ ਦਾ ਜਿਹੜਾ ਕਿ ਦੂਸਰੀ ਕਲਾਸ ਤੇ 10,000 ਖਾਣ ਪੀਣ ਦਾ ਖਰਚਾ ਹੋਗਾ। 10,000 ਪਰ ਮੰਥ ਦਾ ਖਾਣ ਪੀਣ ਦਾ, ਪੜ੍ਹਾਈ ਦਾ ਤਾਂ ਛੱਡ ਦੇ। 10,000 ਤਕਰੀਬਨ ਇੱਧਰ ਘੁੰਮਣ ਗਏ, ਚਲੇ ਆ, ਲੀੜਾ ਲੱਤਾ ਲੈ ਲਿਆ, ਲੋਲੀਪੌਪ ਵੀ ਬੜੇ ਮਹਿੰਗੇ ਨੇ। ਇੱਕ ਚਾਕਲੇਟ 150-150 ਦਾ ਆਉਂਦਾ ਸਰ, ਹੱਥ ਪਾ ਲੈਂਦਾ। ਕੀ ਕਰੀਏ, ਮੇਰਾ ਕਾਲਜ ਨੂੰ ਹੱਥ ਪੈ ਜਾਂਦਾ, ਕੀ ਕਰਾਂ ਬੱਚਾ ਜੀ। 150 ਦਾ ਡੇਰੀ ਮਿਲਕ ਫੜਦਾ ਜਾ ਕੇ। 10,000 ਰੁਪਏ ਤਾਂ ਖਾਣ ਪਾਣ ਤੇ ਮੈਂ 10,000 ਚ 10ਵੀਂ ਤੱਕ ਦੀ 1 ਸਾਲ ਦੀ ਪੜ੍ਹਾਈ ਕਰਦਾ। ਬਿਲਕੁਲ ਜੀ, ਇਹ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਇਹ ਇੰਡੀਵਿਜੂਅਲ ਤੌਰ ਤੇ ਮੈਂ ਵੀ ਕਹਿ ਦਿੱਤਾ ਕਿ ਤੁਸੀਂ ਇੰਡੀਵਿਜੂਅਲ ਤੌਰ ਤੇ ਦੇਖਣਾ ਕਿ ਤੁਸੀਂ ਨਹੀਂ ਹੈ। ਹੁਣ ਪੋਸੀਬਲ ਨਹੀਂ ਹੈ ਕਿ ਤੁਸੀਂ ਲੋਕਾਂ ਨੂੰ ਕਹੋ ਕਿ ਕਿਉਂਕਿ ਜਿਹੜੀ ਲਿਵਿੰਗ ਕਾਸਟ ਹੈ ਮਹਿੰਗੀ ਹੋ ਰਹੀ ਹੈ। ਸਾਡੇ ਕੈਨੇਡਾ 'ਚ ਵੀ ਮਹਿੰਗੀ ਹੋ ਰਹੀ ਹੈ, ਬਹੁਤ ਜ਼ਿਆਦਾ। ਸਾਡੇ ਦੁਨੀਆ ਦੇ ਕੋਨੇ-ਕੋਨੇ 'ਚ ਮਹਿੰਗੀ ਹੋ ਰਹੀ ਹੈ। ਸੋ ਇਹ ਪੋਸੀਬਲ ਨਹੀਂ ਹੈ। ਦੂਜੀ ਗੱਲ ਤੁਸੀਂ ਜਿਹੜੀ ਕਹੀ ਹੈ ਕਸ਼ਮੀਰ ਬਾਰੇ ਜਾਂ ਜੰਮੂ ਬਾਰੇ, ਉਹ ਕਿਉਂਕਿ ਹੱਦਬੰਦੀ ਦੀ ਪੇਸ਼ਕਸ਼ ਹੋਈ ਹੈ, ਉਹ ਵਿਧਾਨ ਸਭਾ ਹਲਕਿਆਂ ਦੀ ਹੈ। ਲੋਕ ਸਭਾ ਵਾਲਾ ਇਹ ਪਹਿਲਾਂ ਦਾ ਹੀ ਇਸ ਤਰ੍ਹਾਂ ਦਾ ਫਾਰਮੈਟ ਜਿਹੜਾ ਸੈੱਟ ਕੀਤਾ ਗਿਆ ਸੀਗਾ, ਔਰ ਮੈਂ ਇਸ ਗੱਲ ਦੇ ਨਾਲ ਸਹਿਮਤ ਹਾਂ ਕਿ ਉਹਨਾਂ ਦਾ ਜੋ 2011 ਦੀ ਮਰਦਮਸ਼ੁਮਾਰੀ ਹੈ, ਮੇਰੇ ਖਿਆਲ ਦੇ ਨਾਲ 21 ਵਾਲੀ ਮਰਦਮਸ਼ੁਮਾਰੀ ਜਿਹੜੀ ਆ ਉਹ ਅੱਗੇ ਹੋਣੀ ਹੈ। ਉਸ ਤੋਂ ਬਾਅਦ ਹੀ ਤੈਅ ਕੀਤਾ ਜਾਣਾ ਚਾਹੀਦਾ। ਵਸੋਂ ਦੇ ਅਨੁਪਾਤ ਦੇ ਹਿਸਾਬ ਨਾਲ ਹੀ ਹੱਦਬੰਦੀ ਹੋਵੇ ਤਾਂ ਬਿਹਤਰ ਹੋਵੇਗਾ। ਜੀ ਬਹੁਤ ਬਹੁਤ ਸ਼ੁਕਰੀਆ ਮਿੰਟੂ ਜੀ, ਥੈਂਕ ਯੂ ਵੈਰੀ ਮਚ। ਸਤਿ ਸ੍ਰੀ ਅਕਾਲ। ਮਿਹਰਬਾਨੀ। ਥੈਂਕ ਯੂ ਜੀ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।